ਤੁਰ ਚੌਂਡੀ ਤੇ ਲੈ ਪਾਏ, ਨਾਨਕ ਏਕੀ ਬਾਰੀ, ਹੋਰ ਦੂਜੀ ਨਾਹੀ ਜਾਏ। ਸੋ ਕਰੇ ਜਿਤ ਸੈ ਰਜਾਏ, ਸੋ ਕਰੇ ਜਿਤ ਸੈ ਰਜਾਏ। ਸ਼ੁੱਧ ਜੁਗੋ ਜੁਗ ਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਜਿਨ੍ਹਾਂ ਨੇ ਅਪਾਰ ਮਿਹਰ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤ ਸੰਗਤ ਦੇ ਲਾਹੇ ਬਖਸ਼ੇ। ਗਰੀਬ ਨਿਵਾਸ ਸਰਬੱਤ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਆਓ ਸਰਵਣ ਕਰੀਏ ਅੱਜ ਦੇ ਮਹੀਨੇ ਦੇ ਸ੍ਰੀ ਮੁਖਵਾਕ ਦੀ ਕਥਾ। ਸਤਿਕਾਰਯੋਗ ਗਿਆਨੀ ਦਵਿੰਦਰ ਸਿੰਘ ਜੀ ਹੋਰਾਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਘ ਮੱਝਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਹਰਿ ਕਾ ਨਾਮ ਧਿਆਏ ਸੁਣ, ਸਭਨਾਨੋ ਕਰ ਦਾਨ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨਾ ਮੋਹੀਐ, ਬਿਨ ਸਹਿ ਲੋਭ ਸੁਆਨ। ਸੱਚਾ ਮਾਰਗ ਚਲਦਿਆਂ, ਉਸਤਤ ਕਰੇ ਜਹਾਨ। 68 ਤੀਰਥ ਸਗਲ ਪੁੰਨ, ਜੀ ਦਇਆ ਪਰਵਾਨ। ਜਿਸਨੂੰ ਦੇਵੈ ਦਇਆ ਕਰ, ਸੋਈ ਪੁਰਖ ਸੁਜਾਨ। ਜਿਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਮਾਘ ਸੁੱਚੇ ਸੇ ਕਾਂਢੀਆ, ਜਿਨ ਪੂਰਾ ਗੁਰ ਮਿਹਰਵਾਨ। ਮਾਘ ਸੁੱਚੇ ਸੇ ਕਾਂਢੀਆ, ਜਿਨ ਪੂਰਾ ਗੁਰ ਮਿਹਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ। ਸੋ ਅੱਜ ਦਾ ਸੰਗਰਾਂਦ ਦਾ ਪਾਵਨ ਦਿਹਾੜਾ, ਦੇਸੀ ਸੰਮਤ ਦਾ 11ਵਾਂ ਮਹੀਨਾ ਆਰੰਭ ਹੋਇਆ ਹੈ ਮਾਘੀ ਦਾ। 12 ਮਹੀਨਿਆਂ ਦੇ ਵਿੱਚੋਂ ਇਹ ਮਾਘੀ ਦੇ ਮਹੀਨੇ ਨੂੰ ਸਰਬ ਸ੍ਰੇਸ਼ਟ ਮੰਨਿਆ ਜਾਂਦਾ ਹੈ। ਉਂਝ ਤਾਂ ਮਹਾਰਾਜ ਦੇ ਬਚਨ ਨੇ, ਮਾਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ। ਉਹੀਓ ਸਾਲ, ਉਹੀਓ ਮਹੀਨਾ, ਦਿਨ, ਘੜੀ ਚੰਗੀ ਹੈ। ਜਿਸ ਘੜੀ ਜਿਸ ਪਲ ਗੁਰੂ ਸਾਹਿਬ ਨੂੰ ਯਾਦ ਕੀਤਾ ਜਾਂਦਾ, ਪਰ ਫਿਰ ਵੀ ਹਿੰਦੂ ਗ੍ਰੰਥਾਂ ਦੇ ਮੁਤਾਬਕ ਇਹਦਾ ਬਹੁਤ ਜ਼ਿਆਦਾ ਮਕਰ ਸੰਕ੍ਰਾਂਤੀ ਦਾ ਮਹਾਤਮ ਮੰਨਿਆ ਜਾਂਦਾ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਗੁਰਮਤ ਅਨੁਸਾਰ ਇਹ ਮਕਰ ਸੰਕ੍ਰਾਂਤੀ ਦਾ ਮਹਾਤਮ ਕੀ ਦੱਸਦੇ ਨੇ, ਕੀ ਫਲਾਦੇਸ਼ ਹੈ, ਸੋ ਆਪਾਂ ਸਰਵਣ ਕਰਦੇ ਹਾਂ ਜੀ। ਮਾਘ ਮੱਝਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਜਿੰਨੇ ਵੀ ਤੀਰਥ ਨੇ, ਉਹਨਾਂ ਤੀਰਥਾਂ ਦੇ ਉੱਤੇ ਲੋਕ ਜਾਂਦੇ ਨੇ, ਅੱਜ ਦੇ ਦਿਨ ਇਸ਼ਨਾਨ ਕਰਦੇ ਨੇ। ਖਾਸ ਤੌਰ 'ਤੇ ਤ੍ਰਿਵੇਣੀ ਦੁਨੀਆ ਬਹੁਤ ਪਹੁੰਚਦੀ ਆ। ਸੋ ਇਲਾਹਾਬਾਦ, ਹਰਿਦੁਆਰ, ਇਹ ਜਿਹੜੇ ਮੰਨੇ ਹੋਏ ਤੀਰਥ ਨੇ, ਇਹਨਾਂ ਦਿਨਾਂ 'ਚ ਆ ਪੂਰਾ ਮਹੀਨਾ ਸੋ ਬਹੁਤ ਸੰਗਤਾਂ ਦਾ ਇਕੱਠ ਰਹਿਣਾ, ਪਹੁੰਚਣੀਆਂ। ਗੁਰੂ ਘਰਾਂ ਦੇ ਵਿੱਚ ਜੋ ਸਰੋਵਰ ਨੇ ਜਿੱਥੇ ਜਿੱਥੇ, ਉੱਥੇ ਵੀ ਸੰਗਤਾਂ ਬਹੁਤ ਪਹੁੰਚਦੀਆਂ। ਪਰ ਮਹਾਰਾਜ ਨੇ ਜਿੱਥੇ ਇਸ਼ਨਾਨ ਦੀ ਗੱਲ ਕੀਤੀ ਹੈ,
ਕਹਿੰਦੇ ਧੂੜੀ ਕਰ ਇਸ਼ਨਾਨ ਸਾਧੂਆਂ, ਕਿਹਨਾਂ ਦੇ ਨਾਲ? ਕਹਿੰਦੇ ਸੰਗ ਸਾਧੂਆਂ। ਸੋ ਅਸਲ ਦੇ ਵਿੱਚ ਜਿਹੜਾ ਧੂੜੀ ਸ਼ਬਦ ਵਰਤਿਆ, ਜੇ ਭਗਤ ਕਬੀਰ ਸਾਹਿਬ ਜੀ ਤੋਂ ਪੁੱਛੀਏ ਤਾਂ ਉਹਨਾਂ ਨੇ ਧੂੜੀ ਨੂੰ ਗਿਆਨ ਆਖਿਆ। ਕਬੀਰ ਸਾਹਿਬ ਜੀ ਨੇ ਕਹਿੰਦੇ ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਡਾਨੀ ਭਰਮ ਕੀ ਟਾਟੀ, ਰਹੇ ਨ ਮਾਇਆ ਬਾਂਧੀ। ਜਿਹੜਾ ਗੁਰਮਤਿ ਦਾ ਗਿਆਨ ਆ ਇਹਨੂੰ ਧੂੜੀ ਕਹਿ ਦਿੱਤਾ, ਕਿਉਂਕਿ ਜਦੋਂ ਹਨੇਰੀ ਆਉਂਦੀ ਉਹਦੇ ਵਿੱਚ ਧੂੜ ਉੱਡਦੀ ਹੈ। ਸੋ ਉਸ ਹਨੇਰੀ ਦੇ ਵਿੱਚ ਸੋ ਜੋ ਵੀ ਕੱਖ ਕਾਂਦ ਹੈ ਸਾਰਾ ਹੀ ਉੱਡ ਜਾਂਦਾ। ਠੀਕ ਇਸੇ ਤਰ੍ਹਾਂ ਹੀ ਜਦੋਂ ਗਿਆਨ ਦੀ ਹਨੇਰੀ ਆਉਂਦੀ, ਜਦੋਂ ਗਿਆਨ ਦੀ ਧੂੜ ਵਗਦੀ ਹੈ, ਹਨੇਰੀ ਆਉਂਦੀ ਹੈ, ਵਹਿਮ ਭਰਮ ਸਭ ਕੁਛ ਉੱਡ ਜਾਂਦਾ ਜੀ। ਇੱਕ ਕਰਤਾ ਪੁਰਖ ਰਹਿ ਜਾਂਦਾ, ਜਿਹਨੇ ਸਰੀਰ ਬਣਾਇਆ, ਕਰਤਾ ਪੁਰਖ ਦੀ ਯਾਦ ਰਹਿ ਜਾਂਦੀ ਹੈ। ਬਾਕੀ ਹੋਰ ਆਹ ਮਨੁੱਖ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੇ, ਗ੍ਰਹਿ ਚਾਲ, ਦਿਨ ਚੰਗਾ ਦਿਨ ਮਾੜਾ, ਇਹ ਸਭ ਕੁਝ ਮਨੁੱਖ ਦਾ ਬਣਾਇਆ। ਰੱਬ ਨੇ ਸਭ ਕੁਛ ਇੱਕੋ ਜਿਹਾ ਬਣਾਇਆ ਹੋਇਆ। ਚੰਗੇ ਅਤੇ ਮਾੜੇ ਮਨੁੱਖ ਦੇ ਆਪਣੇ ਕਰਮ ਹੁੰਦੇ ਨੇ। ਸੋ ਚੰਗੇ ਕਰਮ ਕਰਦਾ ਉਹੀ ਉਹ ਦਿਨ ਉਹਲੇ ਚੰਗਾ ਹੋ ਜਾਂਦਾ ਹੈ, ਮਾੜੇ ਕਰਮ ਕਰਦਾ ਉਹੀ ਉਹ ਦਿਨ ਉਹਦੇ ਵਾਸਤੇ ਮਾੜਾ ਹੋ ਜਾਂਦਾ ਹੈ। ਹਰੇਕ ਦਿਨ ਪੁੰਨ ਵੀ ਹੁੰਦੇ ਨੇ, ਪਾਪ ਵੀ ਹੁੰਦੇ ਨੇ, ਫਿਰ ਦਿਨ ਚੰਗਾ ਮਾੜਾ ਕਿਵੇਂ ਹੋਇਆ? ਸਿਪਾਹੀ 12 ਰਾਸ਼ੀਆਂ ਲੈ ਲਓ, ਇੱਕੋ ਹੀ ਰਾਸ਼ੀ ਦੇ ਲੋਕ, ਇੱਕ ਚੰਗਾ ਹੁੰਦਾ ਇੱਕ ਮਾੜਾ ਹੁੰਦਾ। ਹੁਣ ਉਹਨੂੰ ਕੀ ਕਹੀਏ, ਉੱਥੇ ਕੀ ਕਹੀਏ? ਕਰਮਾਂ ਦੇ ਉੱਤੇ ਸਾਰੀ ਖੇਡ ਹੈ। ਹੁਣ ਜੇ ਕਰਮ ਬਦਲਨੇ ਆ ਤਾਂ ਇੱਥੇ ਸੱਚੇ ਪਾਤਸ਼ਾਹ ਕਹਿੰਦੇ ਵੀ ਜਦੋਂ ਮਾਘੀ ਦਾ ਅਰਥ ਲੈਂਦੇ, ਮਾਹ ਗੇ ਘੱਗੇ ਨੂੰ ਸਿਹਾਰੀ ਨਾਲ ਹੈ। ਮਾਹ ਹੁੰਦਾ ਮੇਰਾ, ਘੇ ਹੁੰਦਾ ਘਰ, ਮੇਰੇ ਘਰ ਦੇ ਵਿੱਚ, ਆਪਣੇ ਘਰ ਦੇ ਵਿੱਚ ਇਸ਼ਨਾਨ ਕਰਨ ਦੀ ਗੱਲ ਕੀਤੀ ਹੋਈ ਹੈ। ਸੰਗ ਸਾਧੂ, ਸਾਧੂ ਕੌਣ ਹੈ? ਚਿੱਤ। ਸੋ ਮਨ ਨੇ ਆਪਣੇ ਘਰ ਦੇ ਵਿੱਚ ਹੀ ਇਸ਼ਨਾਨ ਕਰਨਾ, ਚਿੱਤ ਨੂੰ ਨਾਲ ਲੈ ਕੇ ਕਰਨਾ। ਕਾਹਦੇ ਨਾਲ ਹੈ? ਗਿਆਨ ਦੇ ਨਾਲ, ਗੁਰਬਾਣੀ ਦੇ ਗਿਆਨ ਦੇ ਨਾਲ ਇਸ਼ਨਾਨ ਕਰੋ ਭਾਈ। ਇਹਦੇ ਨਾਲ ਬੜਾ ਕੁਝ ਸਾਫ਼ ਹੋ ਜਾਂਦਾ, ਬੜਾ ਕੁਝ ਪਵਿੱਤਰ ਹੋ ਜਾਂਦਾ ਜੇ ਗੁਰਬਾਣੀ ਦੇ ਗਿਆਨ ਦੇ ਨਾਲ ਇਸ਼ਨਾਨ ਕਰੀਏ। ਆਹ ਜਿਹੜੀ ਵਿਕਾਰਾਂ ਦੀ ਮੈਲ ਹੈ, ਵਹਿਮਾਂ ਭਰਮਾਂ ਦੀ ਮੈਲ ਹੈ, ਇਹ ਸਾਰੀ ਨਿਕਲ ਜਾਂਦੀ। ਨਹੀਂ ਤਾਂ ਜੇ ਉਂਝ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਨ ਦੇ ਨਾਲ ਆਧਾਰ ਹੁੰਦਾ ਹੋਵੇ ਤਾਂ ਤੀਰਥਾਂ ਵਿੱਚ ਤਾਂ ਲੱਖਾਂ ਦੀ ਤਾਦਾਦ 'ਚ ਲੋਕ ਜਾਂਦੇ ਨੇ। ਆਹ ਪੂਰਾ ਮਹੀਨਾ ਲੱਖਾਂ ਦੀ ਤਾਦਾਦ 'ਚ ਉੱਥੇ ਇਸ਼ਨਾਨ ਹੋਣਾ ਤ੍ਰਿਵੇਣੀ ਦੇ ਉੱਤੇ, ਅਤੇ ਹਰਿਦੁਆਰ ਗੰਗਾ ਉੱਥੇ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਇਸ਼ਨਾਨ ਕਰਨਾ। ਅਤੇ ਉਹ ਵੀ ਜਿਹੜੇ ਹਿੰਦੁਸਤਾਨ ਦੇ ਤੀਰਥ ਨੇ ਉਹੀ ਕਹਿੰਦੇ ਮੈਲ ਲਾਉਂਦੇ ਆ, ਬਾਕੀ ਦੁਨੀਆ 'ਚ ਪਵਿੱਤਰ ਹੀ ਹੈ ਨਹੀਂ ਗੇ। ਇਹ ਜਿਹੜੀਆਂ ਮਹਾਰਾਜ ਨੇ ਅੰਤਰੀਵ ਗੱਲਾਂ ਕੀਤੀਆਂ ਉਹਨਾਂ ਨੂੰ ਸਾਨੂੰ ਸਮਝਣ ਦੀ ਲੋੜ ਹੈ। ਇਸ਼ਨਾਨ ਕਰਨਾ ਤਾਂ ਆਪਣੇ ਅੰਦਰ ਕਰੋ, ਬਾਹਰਲੇ ਤੀਰਥਾਂ ਦੀ ਨਿੰਦਿਆ ਕੋਈ ਨਹੀਂ। ਕੋਈ ਜਾਂਦਾ ਉਹਨੂੰ ਭਲਾ ਭਾਈ ਉਹ ਜਾਵੇ, ਅਤੇ ਆਪਣਾ ਦੇਖਣਾ, ਆਪਣਾ ਪੜ੍ਹਿਆ ਵਿਚਾਰਨਾ, ਆਪਣੇ ਕਰਮਾਂ ਨੂੰ ਦੇਖਣਾ, ਆਪਣੇ ਅੰਦਰ ਇਸ਼ਨਾਨ ਕਰਨਾ। ਅੰਦਰ ਇਸ਼ਨਾਨ ਤਾਂ ਗਿਆਨ ਦੇ ਨਾਲ ਹੀ ਹੁੰਦਾ ਵੇ, ਉੱਥੇ ਪਾਣੀ ਦੇ ਨਾਲ ਥੋੜ੍ਹੀ ਇਸ਼ਨਾਨ ਹੋਣਾ, ਗਿਆਨ ਦੇ ਨਾਲ ਇਸ਼ਨਾਨ ਹੁੰਦਾ ਹੈ। ਜਦੋਂ ਬੰਦੇ ਨੂੰ ਸੋਝੀ ਆ ਜਾਂਦੀ, ਕਹਿੰਦਾ ਹੁਣ ਸਮਝ ਆ ਗਈ, ਪਤਾ ਲੱਗ ਗਿਆ। ਨਹੀਂ ਪਤਾ ਲੱਗਾ, ਕਹਿੰਦੇ ਅਜੇ ਸਮਝ ਨਹੀਂ ਆਈ। ਸੋ ਆਹ ਸਹੀ ਹੈ, ਸੋਝੀ ਆਈ ਤਦੇ ਹੀ ਕਹਿੰਦਾ ਨਾ ਸਹੀ ਹੈ। ਸੋ ਇਹ ਗਲਤ ਹੈ, ਇਹ ਸੋਝੀ ਆਉਂਦੀ ਗਿਆਨ ਦੇ ਨਾਲ। ਅਤੇ ਸਭ ਤੋਂ ਉੱਤਮ ਗਿਆਨ ਜਿਹੜਾ ਉਹ ਗੁਰਮਤਿ ਦਾ ਹੁੰਦਾ ਹੈ, ਬਾਣੀ ਦਾ ਸਭ ਤੋਂ ਉੱਤਮ ਗਿਆਨ ਮੰਨਿਆ ਜਾਂਦਾ ਹੈ। ਇਸ ਕਰਕੇ ਮਹਾਰਾਜ ਨੇ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਜਿਹੜਾ ਬ੍ਰਹਮ ਦਾ ਗਿਆਨ ਹੈ ਉਹਦੇ ਨਾਲ ਇਸ਼ਨਾਨ ਕਰ ਬਈ। ਹਰਿ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ। ਪਰਮਾਤਮਾ ਦੇ ਨਾਮ ਨੂੰ ਧਿਆਉਣਾ ਵੀ ਹੈ ਅਤੇ ਸੁਣਨਾ ਵੀ ਹੈ ਅਤੇ ਦਾਨ ਵੀ ਦੇਣਾ। ਹੁਣ ਜਿਹੜਾ ਦਾਨ, ਅਸਲ ਦਾਨ ਹੈ ਹੀ ਸ਼ਬਦ ਦਾ, ਸ਼ਬਦ ਦਾ ਦਾਨ। ਸੋ ਕੌਣ ਦੇ ਸਕਦਾ? ਜਿਸ ਦੇ ਕੋਲ ਸ਼ਬਦ ਹੈ, ਭਾਵ ਜਿਸ ਦੇ ਹਿਰਦੇ ਵਿੱਚ ਸ਼ਬਦ ਹੈ, ਜਿਸ ਦਾ ਆਪਣਾ ਭਰੋਸਾ ਹੈ ਸ਼ਬਦ 'ਤੇ, ਜਿਸ ਦਾ ਆਪਣਾ ਵਿਸ਼ਵਾਸ ਹੈ ਸ਼ਬਦ 'ਤੇ, ਉਹੀ ਕਹੇਗਾ ਕਿਸੇ ਨੂੰ ਬਿਪਤਾ 'ਚ ਫਸੇ ਨੂੰ ਦੇਖ ਕੇ ਵੀ ਪਾਠ ਕਰਿਆ ਕਰ। ਹੁਣ ਜੇ ਆਵੇ ਬੰਦਾ ਕੋਈ ਪੰਡਤਾਂ ਵੱਲ ਤੁਰਿਆ ਆ, ਕੋਈ ਪੁੱਛਾਂ ਦੇਣੇ ਵੱਲ ਤੁਰਿਆ ਆ, ਕੋਈ ਕਬਰਾਂ 'ਤੇ ਜਾਂਦਾ ਹੈ,
ਉਹ ਸ਼ਬਦ ਦੇ ਲੜ ਕਿਵੇਂ ਲਾ ਸਕਦਾ ਹੈ? ਜਿਹੜਾ ਆਪ ਸ਼ਬਦ ਦੇ ਲੜ ਲੱਗਾ ਦੂਸਰੇ ਨੂੰ ਸ਼ਬਦ ਦੀ ਲੜ ਲਾਵੇਗਾ। ਸ਼ਬਦ ਦਾ ਦਾਨ ਦਿਓ। ਹੁਣ ਜੋ ਅਸੀਂ ਸੁਣ ਲਿਆ ਉਹ ਗਾਹਾਂ ਸੁਣਾ ਦੇਣਾ, ਜੋ ਸੁਣ ਲਿਆ ਉਹਨੂੰ ਵਧਾ ਕੇ ਨਹੀਂ ਸੁਣਾਉਣਾ, ਜੋ ਗੁਰਬਾਣੀ ਕਹਿੰਦੀ ਉਹੀਓ ਸੁਣਾਉਣਾ। ਸੋ ਜੋ ਮੈਨੂੰ ਦਾਨ ਮਿਲਿਆ ਅਤੇ ਉਹ ਗਾਹਾਂ ਦੇ ਦੇਣਾ। ਅਤੇ ਉੱਥੇ ਜਿਹੜਾ ਦਾਨ ਦਾ ਅਭਿਲਾਸ਼ੀ ਹੈ, ਜਿਹਨੂੰ ਲੋੜ ਹੈ ਸ਼ਬਦ ਦੇ ਦਾਨ ਦੀ, ਉੱਥੇ ਦਾਨ ਦੇਣਾ। ਉੱਥੇ ਕਬੀਰ ਸਾਹਿਬ ਕਹਿੰਦੇ ਬਿਨ ਗਾਹਕ ਗੁਣ ਵੇਖੀਏ ਵੇਚੀਏ ਤੋ ਗੁਣ ਸਭ ਕੁ ਜਾਏ। ਸੋ ਗਾਹਕ ਦਾ ਹੋਣਾ ਜ਼ਰੂਰੀ। ਜਾਚਕ ਵੀ ਤਾਂ ਚਾਹੀਦਾ ਨਾ, ਜਾਚਕ ਵੀ ਜਨ ਹੋਣਾ ਚਾਹੀਦਾ। ਜੇ ਜਾਚਕ ਜਨ ਨਾ ਹੋਇਆ ਤਾਂ ਉਹਨੇ ਤਾਂ ਹੋਰ ਕੁਛ ਹੀ ਮੰਗੀ ਜਾਣਾ। ਜਿਹੜਾ ਜਾਚਕ ਜਨ ਹੁੰਦਾ ਨਾ, ਉਹ ਨਾਮ ਤੋਂ ਬਿਨਾਂ ਕੁਝ ਨਹੀਂ ਮੰਗਦਾ, ਉਹ ਬਾਣੀ ਤੋਂ ਬਿਨਾਂ ਕੁਝ ਨਹੀਂ ਮੰਗਦਾ। ਹੁਣ ਜੇ ਜਾਚਕ ਜਨ ਨਹੀਂ ਹੈ, ਉਹਦੇ ਕੋਲ ਤਾਂ ਸੰਸਾਰਕ ਲੋੜਾਂ ਦੀ ਬੜੀ ਲੰਬੀ ਲਿਸਟ ਲੱਗੀ ਹੋਣੀ ਹੈ, ਜੇ ਜਾਚਕ ਜਨ ਨਹੀਂ ਹੈ। ਸੋ ਜਾਚਕ ਜਨ ਹੋਵੇ ਨਾ, ਅਤੇ ਆਪ ਜਾਚਕ ਜਨ ਬਣੂ ਤਾਂ ਉਹਨੂੰ ਜਾਚਕ ਜਨ ਮਿਲਣਗੇ। ਨਾਲੇ ਨਾਮ ਤਾਂ ਮਿਲਦੇ ਨਹੀਂ ਜਾਚਕ ਜਨ ਬਣਨ ਤੋਂ ਬਿਨਾਂ। ਜਿਹੜੇ ਪਹਿਲੋਂ ਜਾਚਕ ਜਨ ਬਣਨਾ ਪੈਂਦਾ, ਫਿਰ ਨਾਮ ਮਿਲਦਾ, ਫਿਰ ਗੁਰਬਾਣੀ ਦੀ ਸਮਝ ਪੈਂਦੀ ਹੈ, ਅਤੇ ਫਿਰ ਗੁਰਬਾਣੀ ਦਾ ਗਿਆਨ ਦੀ ਧੂੜ ਜਿਹੜੀ ਹੈ ਉਹ ਨੇਤਰਾਂ 'ਚ ਪੈਂਦੀ ਹੈ। ਫਿਰ ਪਤਾ ਲੱਗ ਨੇਤਰ ਅੰਦਰਲੇ ਜਦੋਂ ਪੇਖਦਾ। ਹੁਣ ਜਿਹਦੇ ਨੇਤਰਾਂ ਦੇ 'ਚ ਗੁਰਬਾਣੀ ਗਿਆਨ ਦੀ ਧੂੜ ਹੀ ਨਹੀਂ ਪਈ, ਉਹ ਅੰਦਰ ਨੂੰ ਕਿਵੇਂ ਪੇਖੇਗਾ? ਅੰਦਰ ਪੇਖਣਾ, ਬਾਹਰ ਵੇਖਣਾ, ਬਾਹਰ ਦੇਖਣਾ ਹੁੰਦਾ। ਸੋ ਇਹ ਜਿਹਨੂੰ ਇਹ ਧੂੜ ਮਿਲ ਜਾਂਦੀ ਹੈ, ਜਿਹਨੂੰ ਸੋਝੀ ਹੋ ਜਾਂਦੀ, ਮਹਾਰਾਜ ਕਹਿੰਦੇ ਭਾਈ ਦਾਨ ਵੀ ਕਰ, ਸਭਨਾਂ ਨੂੰ ਕਰ ਦਾਨ। ਕਹਿੰਦੇ ਨਾਮ ਨੂੰ ਸੁਣਨਾ, ਜੇ ਧਿਆਨ ਨਾਲ ਸੁਣੋ ਤਾਂ ਦਾਨ ਕਰੂ, ਤਦੇ ਸਮਝ ਪਊ। ਜੇ ਨਾ ਪੜ੍ਹਨ ਲੱਗਿਆ ਧਿਆਨ ਦਿੱਤਾ, ਨਾ ਸੁਣਨ ਲੱਗਿਆ ਧਿਆਨ ਦਿੱਤਾ, ਨਾ ਆਪਣੇ ਪੱਲੇ ਨਾ ਇਹ ਦੂਜੇ ਪੱਲੇ ਕੁਝ ਪਾ ਸਕਦਾ। ਹਰ ਕਾ ਨਾਮ ਧਿਆਏ ਸੁਣ, ਇਹ ਮਾਘੀ ਦੇ ਮਹੀਨੇ ਦਾ ਉਪਦੇਸ਼ ਹੈ। ਕਹਿੰਦੇ ਸਭਨਾਂ ਨੂੰ ਕਰ ਦਾਨ, ਇਹ ਆ ਗੁਰਮਤਿ ਕਹਿ ਰਹੀ ਸਾਨੂੰ। ਕਹਿੰਦਾ ਭਾਈ ਮਹਾਰਾਜ ਕਹਿੰਦੇ ਨੇ ਇਹਦਾ ਦਾਨ ਵੀ ਕਰ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਉਮਾਨ। ਹੁਣ ਜਿੰਨੀ ਵਾਰੀ ਵੀ ਜਨਮ ਲਾਏ, ਕਰਮ ਕੀਤੇ, ਸਫਲ ਨਹੀਂ ਹੋਏ ਤੇ ਤਾਂ ਫੇਰ ਸੰਸਾਰ 'ਤੇ ਧੱਕੇ ਖਾਂਦੇ। ਉਹ ਹੁਣ ਮਾੜੇ ਕਰਮ ਜਿਹੜੇ ਨੇ ਉਹਨਾਂ ਦੀ ਮੈਲ ਲੱਗੀ ਹੋਈ ਹੈ। ਜਿਹੜੇ ਮੈਂ ਜਨਮ ਧਾਰਨ ਕੀਤੇ, ਫਿਰ ਉਹ ਕਰਮ ਕੀਤੇ, ਉਹ ਮੇਰੇ ਹੀ ਕਰਮਾਂ ਦੀ ਜਿਹੜੀ ਮੈਲ ਹੈ ਉਹ ਲੱਗ ਗਈ, ਚੰਬੜ ਗਈ। ਹੁਣ ਉਹ ਤਾਂ ਲੈਣੀ ਜਦੋਂ ਉਹ ਕਰਮ ਭੋਗਣਾ, ਜਿਹੜਾ ਕੀਤਾ ਹੋਇਆ ਮਾੜਾ ਕਰਮ ਹੈ ਉਹ ਭੋਗਣਾ, ਫਿਰ ਉਹ ਮੈਲ ਲੈਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰ ਜੇ ਨਾਮ ਸੁਣਨ ਲੱਗ ਪਵੇਂ, ਬਾਣੀ ਨੂੰ ਧਿਆਨ ਦੇ ਨਾਲ ਸੁਣੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭੋਗਣ ਦੀ ਲੋੜ ਹੀ ਨਹੀਂ ਪੈਂਦੀ। ਕਹਿੰਦੇ ਮਾੜੇ ਕਰਮ ਜਿਹੜੇ ਨੇ ਉਤਰ ਜਾਂਦੇ ਨੇ। ਮਨ ਤੇ ਜਾਏ ਗੁਮਾਨ, ਆ ਜਿਹੜਾ ਅੰਦਰਲਾ ਇਸ਼ਨਾਨ ਹੈ, ਬਾਣੀ ਦਾ ਇਸ਼ਨਾਨ ਹੈ, ਨਾਮ ਦਾ ਇਸ਼ਨਾਨ ਹੈ, ਇਹਦੇ ਨਾਲ ਤਾਂ ਹਉਮੈ ਦੀ ਮੈਲ ਲੈਂਦੀ ਹੈ। ਜਦੋਂ ਬਾਹਰ ਇਸ਼ਨਾਨ ਕਰਦਾ, ਉੱਥੇ ਭਗਤ ਜੀ ਕਹਿੰਦੇ ਤੀਰਥ ਜਾਓ ਤਾਂ ਹਉ ਹਉ ਕਰਤੇ। ਕਹਿੰਦੇ ਮੈਂ ਜਾਇਆ ਫਲਾਨੀ ਜਗ੍ਹਾ ਜਾ ਕੇ ਆਇਆ, ਫਲਾਨੀ ਇਸ਼ਨਾਨ ਕੀਤਾ, ਇੰਨੀ ਵਾਰੀ ਇਸ਼ਨਾਨ ਕੀਤਾ। ਹੁਣ ਜਾਂ ਤਾਂ ਤੀਰਥ 'ਤੇ ਜਾਣ ਦਾ ਫਾਇਦਾ ਤਾਂ ਵੀ ਹਉ ਹਉ ਨਾ ਆਵੇ। ਇੱਕ ਭਾਉ ਲੱਥੀ ਨਹਾਤਿਆ, ਦੋਏ ਭਾ ਚੜ੍ਹੀਏ ਸਹੋਰ। ਤੀਰਥ ਨਹਾ ਲਿਆ, ਮਹਾਰਾਜ ਦਾ ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਨੇ ਤੀਰਥ ਇਸ਼ਨਾਨ ਕਰਾਇਆ। ਅਤੇ ਹਉ ਹਉ ਕਾਹਦੀ? ਇਹ ਹਉ ਹਉ ਮੈਂ ਇਹ ਤਾਂ ਖਤਮ ਕਰਨੀ ਹੈ। ਹਉ ਹਉ ਮੈਂ ਵਿੱਚੋਂ ਖੂਬ ਹੈ, ਇਹ ਤਾਂ ਅੰਦਰੋਂ ਨਸ਼ਟ ਹੋਣੀ ਚਾਹੀਦੀ। ਪਰ ਜਿਹੜਾ ਨਾਮ ਦਾ ਇਸ਼ਨਾਨ ਹੈ, ਇਹਦੇ ਨਾਲ ਹੰਗਤਾ ਦੀ ਜਿਹੜੀ ਮੈਲ ਆਉਂਦੀ ਹੀ ਨਹੀਂ ਹੈ। ਅਤੇ ਜਨਮਾਂ ਜਨਮਾਤਰਾਂ ਦੀ ਲੱਗੀ ਹੋਈ ਜਿਹੜੀ ਮੈਲ ਹੈ ਉਹ ਮਨ ਤੋਂ ਲਹਿ ਜਾਂਦੀ ਹੈ। ਕਾਮ ਕ੍ਰੋਧ ਨ ਮੋਹੀਆ, ਬਿਨਸੈ ਲੋਭ ਸੁਆਨ। ਸੋ ਮਾਘ ਦੇ ਮਹੀਨੇ ਦੁਆਰਾ ਮਹਾਰਾਜ ਜੀ ਕਥਨ ਕਰਦੇ ਨੇ। ਕਹਿੰਦੇ ਵੀ ਜਿਹੜੇ ਆਪਣੇ ਅੰਤਰ ਆਤਮੇ ਅੰਦਰਲਾ ਇਸ਼ਨਾਨ ਕਰਦੇ ਨੇ, ਗੁਰਬਾਣੀ ਦੀ ਵਿਚਾਰ ਕਰਨੀ, ਗੁਰਬਾਣੀ ਨੂੰ ਮਨ ਲਾ ਕਰਕੇ ਪੜ੍ਹਨਾ, ਮਨ ਲਾ ਕਰਕੇ ਸੁਣਨਾ ਅਤੇ ਵਿਚਾਰ ਵਿੱਚ ਰੁਚੀ ਲੈਣੀ, ਇਹ ਅੰਦਰਲਾ ਇਸ਼ਨਾਨ ਹੈ। ਇਹਦੇ ਨਾਲ ਕੀ ਹੁੰਦਾ? ਕਾਮ ਕ੍ਰੋਧ
ਨਾ ਮੋਹ ਹੀ ਹੈ। ਨਾ ਤਾਂ ਮੋਹ ਰਹਿੰਦਾ, ਨਾ ਕਾਮ ਰਹਿੰਦਾ, ਨਾ ਕ੍ਰੋਧ ਰਹਿੰਦਾ। ਕਾਮ ਤੇ ਕ੍ਰੋਧ ਜਿਹੜੇ ਨੇ ਆਪਣੀ ਵੱਲਾਂ ਖਿੱਚ ਨਹੀਂ ਸਕਦੇ। ਹੁਣ ਜਦੋਂ ਬੰਦਾ ਕ੍ਰੋਧ ਵਿੱਚ ਹੁੰਦਾ ਹੈ, ਕ੍ਰੋਧ ਨੇ, ਮੋਹ ਨੇ ਇਹਨੂੰ ਖਿੱਚਿਆ ਹੋਇਆ। ਕ੍ਰੋਧ ਕਿੱਥੇ ਜਾਂਦਾ? ਜਿੰਨਾ ਮਰਜ਼ੀ ਬੰਦੇ ਨੂੰ ਸਮਝਾ ਲਓ। ਹੁਣ ਕ੍ਰੋਧੀ ਬੰਦਾ ਆਪਣੇ ਆਪ ਨੂੰ ਖੁਦ ਸਮਝਾਵੇ ਤਾਂ ਕ੍ਰੋਧ ਜਾਊਗਾ, ਨਹੀਂ ਤਾਂ ਨਹੀਂ ਜਾਂਦਾ ਹੈ। ਦੂਜੇ ਦੇ ਸਮਝਾਉਣ ਦੇ ਨਾਲ ਜਾਂਦਾ ਹੀ ਨਹੀਂ ਹੈ। ਫਿਰ ਜਦੋਂ ਆਪ ਪਛਤਾਤਾਪ ਕਰਦਾ ਨਾ, ਆਪ ਪਛਤਾਤਾਪ ਕਰਦਾ, ਫਿਰ ਇਹਦਾ ਕ੍ਰੋਧ ਸ਼ਾਂਤ ਹੁੰਦਾ ਹੈ। ਆਪ ਕਦੋਂ ਕਰੂਗਾ? ਜਿਹਦੇ ਕੋਲ ਗਿਆਨ ਹੋਊਗਾ। ਜਿਹਦੇ ਕੋਲ ਗਿਆਨ ਹੀ ਨਹੀਂ ਹੈ ਤਾਂ ਕਿੱਥੋਂ ਪਛਤਾਤਾਪ ਕਰ ਲੂਗਾ? ਇਸ ਕਰਕੇ ਬਾਣੀ ਦਾ ਗਿਆਨ ਹੋਣਾ ਬੜਾ ਜ਼ਰੂਰੀ ਹੈ। ਕਹਿੰਦੇ ਨਾ ਫਿਰ ਮੋਹ, ਨਾ ਕਾਮ, ਨਾ ਕ੍ਰੋਧ, ਇਹ ਨੇੜੇ ਨਹੀਂ ਰਹਿੰਦੇ, ਨਸ਼ਟ ਹੋ ਜਾਂਦੇ। ਬਿਨਸੈ ਲੋਭ ਸੁਆਨ, ਕੁੱਤੇ ਵਰਗਾ ਲਾਲਚ। ਦੇਖੋ ਗੁਰਬਾਣੀ ਦੇ ਵਿੱਚ ਜਿਹੜਾ ਸੰਤੋਖ ਹੈ ਉਹਦੀ ਕੁੱਤੇ ਨਾਲ ਤੁਲਨਾ ਦੇ ਦਿੱਤੀ ਹੈ, ਅਤੇ ਜਦੋਂ ਲੋਭ ਦੀ ਗੱਲ ਆਉਂਦੀ ਉੱਥੇ ਫੇਰ ਕੁੱਤੇ ਨਾਲ ਤੁਲਨਾ ਦੇ ਦਿੱਤੀ ਹੈ। ਲਾਲਚ ਦੀ ਗੱਲ ਆਉਂਦੀ ਹੈ। ਸੋ ਪ੍ਰਕਰਣ ਦੇ ਹਿਸਾਬ ਦੇ ਨਾਲ ਪਤਾ ਲੱਗਦਾ ਵੀ ਇੱਥੇ ਸੋ ਸੱਚੇ ਪਾਤਸ਼ਾਹ ਸਾਨੂੰ ਹੁਣ ਕਹਿਣਾ ਕੀ ਚਾਹੁੰਦੇ, ਕੀ ਸਮਝਾਉਣਾ ਚਾਹੁੰਦੇ। ਬਿਨਸੈ ਲੋਭ ਸੁਆਨ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜਾ ਲੋਭ ਆ ਨਾ ਬੰਦੇ ਨੂੰ ਕੁੱਤੇ ਵਾਂਗੂ ਫਿਰਾਉਂਦਾ। ਕੁੱਤੇ ਵਾਂਗ ਜਿਹੜਾ ਕੁੱਤਾ ਦਰ ਦਰ ਘੁੰਮਦਾ ਫਿਰਦਾ, ਇਸੇ ਤਰ੍ਹਾਂ ਲੋਭੀ ਇਨਸਾਨ ਜਿਹੜਾ ਦਰ ਦਰ ਘੁੰਮਦਾ ਫਿਰਦਾ, ਕਦੀ ਕਿਤੇ ਕਦੀ ਕਿਤੇ, ਕਦੀ ਕਿਸੇ ਦਾ ਕਦੀ ਕਿਸੇ ਦਾ। ਜਿਹਨੇ ਇਹਦੇ ਗਲ 'ਚ ਪਟਾ ਪਾ ਲਿਆ ਫਿਰ ਉਹਦੇ ਦਰ 'ਤੇ ਬਹਿ ਜਾਂਦਾ। ਜਿਹਨੇ ਬੁਰਕੀ ਪਾਤੀ ਉਹਦਾ ਹੋ ਜਾਂਦਾ। ਲੋਭੀ ਦਾ ਕੋਈ ਆਪਣਾ ਜ਼ਮੀਰ ਥੋੜ੍ਹੀ ਹੁੰਦਾ ਹੈ। ਪਾਤਸ਼ਾਹ ਕਹਿੰਦੇ ਅੰਤਰੀਵ ਇਸ਼ਨਾਨ ਕਰ, ਇਹ ਸਭ ਕੁਝ ਖਤਮ ਹੋ ਜਾਵੇਗਾ। ਸੱਚਾ ਮਾਰਗ ਚਲਦਿਆ ਉਸਤਤ ਕਰੇ ਜਹਾਨ। ਹਰ ਕੋਈ ਚਾਹੁੰਦਾ ਮੇਰੀ ਵਡਿਆਈ ਹੋਵੇ, ਮੇਰਾ ਮਾਣ ਹੋਵੇ। ਮਾਣ ਤਾਂ ਸਭ ਨੂੰ ਚੰਗਾ ਲੱਗਦਾ, ਅਤੇ ਮਾਣ ਕਰਾਉਣ ਵਾਸਤੇ ਲੋਕ ਬੜਾ ਕੁਝ ਕਰਦੇ ਨੇ, ਪਰ ਝੂਠਾ ਮਾਣ। ਜੇ ਆਪ ਕੋਸ਼ਿਸ਼ ਕਰਕੇ ਮਾਣ ਕਰਾਇਆ ਉਹਦਾ ਕੀ ਫਾਇਦਾ? ਮਾਣ ਦਾ ਤਾਂ ਪਤਾ ਹੀ ਨਾ ਹੋਵੇ ਕੋਈ ਮੇਰੀ ਕੋਈ ਵਡਿਆਈ ਕਰਦਾ। ਸੁਤੇ ਸਿੱਧ ਉਹ ਕੰਮ ਕਰਦਾ, ਸੁਤੇ ਸੁੱਧ ਜੋ ਵੀ ਉਹ ਕਰਦਾ, ਉਹਨੂੰ ਪਤਾ ਵੀ ਨਾ ਹੋਵੇ ਮੇਰੀ ਕੋਈ ਵਡਿਆਈ ਕਰਦਾ। ਅਸਲ ਮਾਣ ਹੁੰਦਾ। ਸੋ ਉਂਝ ਮਾਣ ਹੀ ਉਹ ਹੈ ਜਿਸ ਮਾਣ ਨੂੰ ਲੈ ਕੇ ਕਦੀ ਹਉਮੈ ਨਹੀਂ ਆਉਂਦੀ, ਉਹ ਮਾਣ ਅਸਲੀ ਹੁੰਦਾ। ਹੁਣ ਦੁਨਿਆਵੀ ਜਿੰਨਾ ਵੀ ਮਾਣ ਆ ਇਹਨੂੰ ਪ੍ਰਾਪਤ ਕਰਕੇ ਇੱਕਦਮ ਹੰਕਾਰ ਆ ਜਾਂਦਾ ਹੈ, ਇੱਕਦਮ ਹਉਮੈ ਆ ਜਾਂਦੀ, ਉੱਥੇ ਨਾਲ ਹੀ ਡਿੱਗ ਜਾਂਦਾ ਹੈ। ਪਰ ਜਿਹੜਾ ਸੋ ਨਿਰੰਕਾਰ ਦੇ ਮੰਡਲ ਦਾ ਮਾਣ ਹੈ, ਰੱਬ ਦੀ ਦਰਗਾਹ ਦਾ ਮਾਣ ਹੈ, ਇਹਦੇ ਨਾਲ ਕਦੀ ਹਉਮੈ ਨਹੀਂ ਆਉਂਦੀ। ਕਹਿੰਦੇ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ। ਸੋ ਸੱਚ ਦੇ ਮਾਰਗ 'ਤੇ ਚੱਲਣਾ ਸ਼ੁਰੂ ਕਰਦੇ। ਰੱਬ ਦੇ ਪਿਆਰੇ ਜਿਹੜੇ ਹੁੰਦੇ ਨੇ ਸੱਚ ਦੇ ਮਾਰਗ 'ਤੇ ਚੱਲਦੇ, ਉਹਨਾਂ ਨੂੰ ਆਪਣੀ ਵਡਿਆਈ ਕਰਾਉਣ ਦਾ, ਆਪਣੇ ਮਾਣ ਦਾ ਕੋਈ ਲੈਣਾ ਦੇਣਾ ਨਾ। ਮਾਣ ਅਪਮਾਨ ਤੋਂ ਉੱਪਰ ਉੱਠ ਗਏ ਹੁੰਦੇ ਵੀ ਜੋ ਸਹੀ ਆ ਉਹ ਕਰਨਾ, ਜੋ ਗਲਤ ਉਹ ਨਹੀਂ ਕਰਨਾ। ਸੋ ਉਹਦੇ ਨਾਲ ਜੋ ਮਰਜ਼ੀ ਜਿੰਨਾ ਮਰਜ਼ੀ ਨੁਕਸਾਨ ਹੁੰਦਾ ਹੋਵੇ, ਗਲਤ ਕਰਨ ਦੇ ਵਿੱਚ ਜਿੰਨਾ ਮਰਜ਼ੀ ਨਫਾ ਹੋਵੇ ਰੱਬ ਦੇ ਪਿਆਰੇ ਨਹੀਂ ਕਰਦੇ। ਜਿਹੜਾ ਸੱਚ ਦਾ ਮਾਰਗ ਆ ਉਹ 'ਚ ਜਿੰਨਾ ਮਰਜ਼ੀ ਨੁਕਸਾਨ ਹੈ ਉੱਥੇ ਤੁਰ ਪੈਂਦੇ ਨੇ। ਫਿਰ ਸਮਾਂ ਆਉਣ ਦੇ ਨਾਲ ਸਾਰਾ ਜਹਾਨ ਉਹਦੀ ਉਸਤਤੀ ਕਰਦਾ ਅਤੇ ਉਹ ਕਰਾਉਂਦਾ ਨਹੀਂ ਹੈ। ਉਹ ਕਿਸੇ ਨੂੰ ਨਹੀਂ ਕਹਿੰਦਾ ਮੇਰੀ ਵਡਿਆਈ ਕਰੋ, ਮੇਰੀ ਉਸਤਤੀ ਕਰੋ, ਪਰ ਸਾਰਾ ਜਹਾਨ ਹੀ ਨਹੀਂ। ਜਿਵੇਂ ਗੁਰੂ ਤੇਗ ਬਹਾਦਰ ਜੀ ਜਦੋਂ ਇਸ ਮਾਰਗ 'ਤੇ ਚੱਲੇ ਨਾ, ਜਦੋਂ ਪੂਰੀ ਕੌਮ ਦੀ ਬਾਂਹ ਫੜਨੀ, ਇੱਕ ਧਰਮ ਦੀ ਬਾਂਹ ਫੜ ਲਈ। ਧਰਮ ਜਦੋਂ ਕੋਈ ਚਲਾਉਂਦਾ ਉਹ ਇੰਨਾ ਔਖਾ ਨਹੀਂ। ਜਦੋਂ ਕਿਸੇ ਧਰਮ ਨੂੰ ਬਚਾਉਣਾ ਬੜਾ ਔਖਾ ਹੁੰਦਾ। ਉਹ ਤਾਂ ਡੁੱਬ ਚੱਲਿਆ ਸੀ, ਪਰ ਗੁਰੂ ਤੇਗ ਬਹਾਦਰ ਜੀ ਨੇ ਬਾਂਹ ਫੜੀ, ਸੱਚ ਦੇ ਮਾਰਗ 'ਤੇ ਚੱਲੇ। ਸੋ ਸੱਚ ਦਾ ਧਰਮ ਬਚਾਉਣਾ ਸੱਚ ਦਾ ਮਾਰਗ। ਗੁਰੂ ਗੋਬਿੰਦ ਸਿੰਘ ਜੀ ਨਹੀਂ ਕਹਿੰਦੇ ਹਮ ਕਾਜ ਜਗਤ ਮੋਹ ਆਏ। ਪਾਤਸ਼ਾਹ ਕਹਿੰਦੇ ਧਰਮ ਚਲਾਵਨ ਸੰਤ ਉਬਾਰਨ, ਇਹ ਸੱਚ ਦਾ ਮਾਰਗ ਹੀ ਹੈ। ਆਪਣੇ ਧਰਮ ਨੂੰ ਬਚਾਉਣਾ ਸੱਚ ਦਾ ਮਾਰਗ ਹੈ, ਦੂਸਰੇ ਦੇ ਧਰਮ ਨੂੰ ਬਚਾਉਣਾ ਸੱਚ ਦਾ ਮਾਰਗ ਹੈ। ਅਧਰਮ ਦਾ ਨਾਸ਼ ਕਰਨਾ ਸੱਚ ਦਾ ਮਾਰਗ ਹੈ, ਸੱਚ ਦਾ ਮਾਰਗ ਹੈ। ਸੋ ਉਸਤਤ ਕਰੇ ਜਹਾਨ, ਸਾਰਾ ਜਹਾਨ ਉਸਤਤੀ ਕਰਦਾ ਜਦੋਂ ਸੱਚ ਦੇ ਮਾਰਗ 'ਤੇ ਚੱਲ ਪੈਂਦਾ। ਫਿਰ ਜੈ 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 ਸੁਰ ਲੋਕ, ਜਿਹੜੇ ਸੱਚੇ ਮਾਰਗ ਚੱਲਦੇ ਨੇ ਉਹਨਾਂ ਦੀ ਪਰਲੋਕ ਦੇ ਵਿੱਚ ਵੀ ਕਹਿੰਦੇ ਜੈ ਜੈਕਾਰ ਹੁੰਦੀ ਹੈ। ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ। ਕੁਝ ਵੀ ਕਰਨਾ ਨਹੀਂ ਪੈਂਦਾ ਆਪਣੀ ਵਡਿਆਈ ਕਰਾਉਣ ਵਾਸਤੇ, ਸਾਰੇ ਹੀ ਵਡਿਆਈ ਕਰਦੇ ਨੇ। ਪਰ ਤੂੰ ਸੱਚ ਦਾ ਮਾਰਗ ਜਿਹੜਾ ਇਹਨੂੰ ਅਪਣਾ ਲਾ। ਗੁਰਮਤਿ ਦਾ ਮਾਰਗ ਸੱਚ ਦਾ ਮਾਰਗ।
ਜਿਹੜੀ ਗੁਰਮੁਖੀ ਮੱਤ ਹੈ ਇਹਨੂੰ ਧਾਰਨ ਕਰ ਲਓ, ਆਪਣੇ ਆਪ ਹੀ ਸੱਚ ਦੇ ਮਾਰਗ 'ਤੇ ਤੋਰ ਦਿੰਦੀ ਹੈ। ਜਿੱਦਾਂ ਦੀ ਮੱਤ ਹੁੰਦੀ ਉੱਦਾਂ ਦੇ ਬੰਦਾ ਕਰਮ ਕਰਨੇ ਸ਼ੁਰੂ ਕਰ ਦਿੰਦਾ ਹੈ। ਸੋ ਗੁਰਮਤਿ ਨੂੰ ਧਾਰਨ ਕਰ ਲੈ, ਆਪੇ ਸੱਚ ਦੇ ਮਾਰਗ 'ਤੇ ਚੱਲੇਗਾ। 860 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ। 68 ਤੀਰਥਾਂ 'ਤੇ ਲੋਕ ਇਸ਼ਨਾਨ ਕਰਦੇ ਹੈ। ਤੀਰਥਾਂ 'ਤੇ ਜਾ ਕੇ ਫਿਰ ਪੁੰਨ ਕਰਨਾ, ਦਾਨ ਪੁੰਨ ਕਰਨਾ। ਸੱਚੇ ਪਾਤਸ਼ਾਹ ਕਹਿੰਦੇ ਕਿਸੇ ਜੀਵ ਦੇ ਉੱਤੇ ਦਇਆ ਕਰ ਲਾ, ਹੈ ਨਾ, 68 ਤੀਰਥਾਂ ਦਾ ਇਸ਼ਨਾਨ ਦਾ ਫਲ ਮਿਲ ਜੂ ਕਹਿੰਦੇ। ਫਿਰ ਹੋਰ ਜਿੰਨੇ ਤੂੰ ਦਾਨ ਕਰਦਾ ਉਹਦੇ ਪੁੰਨ ਬਣਾਉਣਾ, ਉਹਨਾਂ ਦਾ ਫਲ ਮਿਲ ਜੂ। ਕਿਸੇ ਜੀ 'ਤੇ ਦਇਆ ਕਰ, ਸਭ ਤੋਂ ਪਹਿਲਾਂ ਤਾਂ ਆਪਣੇ ਜੀ 'ਤੇ ਦਇਆ ਕਰ, ਹੈ ਨਾ। ਜਨਮਾਂ ਜਨਮਾਂਤਰਾਂ ਦਾ ਰੁਲਦਾ ਫਿਰਦਾ, ਕਦੀ ਕਿਸੇ ਜੋਨ 'ਚ ਜਾਂਦਾ, ਕਦੀ ਕਿਸੇ ਜੋਨ 'ਤੇ ਜਾਂਦਾ, ਇਹਦੇ 'ਤੇ ਤਾਂ ਤਰਸ ਖਾ ਲਾ। ਸੋ ਇਹਦੇ 'ਤੇ ਦਇਆ ਕਰ। ਜਿਹੜਾ ਆਪਣੇ ਜੀ 'ਤੇ ਨਹੀਂ ਦਇਆ ਕਰ ਸਕਦਾ, ਦੂਸਰੇ 'ਤੇ ਕੀ ਕਰੇਗਾ। ਆਪਣੇ ਜੀ 'ਤੇ ਦਇਆ ਕਰ, ਇਹਦੀ ਭਟਕਣਾ ਖਤਮ ਕਰ, ਇਹਦੇ ਜਨਮਾਂ ਜਨਮਾਂਤਰਾਂ ਦਾ ਰੋਗ ਕੱਟ। ਕਾਮ ਕ੍ਰੋਧ ਲੋਭ ਮੋਹ ਕਾਰਨ ਇਸ ਨੂੰ ਨੱਪਿਆ ਹੋਇਆ ਜੀ 'ਤੇ ਦਇਆ ਕਰ ਭਾਈ, ਉਹ ਬਚਾ ਲਾ, ਆਪਣੇ ਜੀ ਨੂੰ ਬਚਾ ਲਾ। ਜਦੋਂ ਆਪਣੇ ਜੀ 'ਤੇ ਦਇਆ ਕਰ ਲਈ, ਹੁਣੀ ਬਾਣੀ ਦੁਆਰਾ ਹੀ ਹੈ, ਸਤਸੰਗ ਕਰਨ ਦੇ ਨਾਲ ਬਾਣੀ ਦੁਆਰਾ, ਫਿਰ ਇਹ ਦੂਸਰਿਆਂ 'ਤੇ ਦਇਆ ਕਰ ਸਕਦਾ। ਸੱਚੇ ਪਾਤਸ਼ਾਹ ਕਹਿੰਦੇ 68 ਤੀਰਥਾਂ ਦਾ ਮਹਾਤਮ, 68 ਤੀਰਥਾਂ ਦਾ ਇਸ਼ਨਾਨ ਹੁੰਦਾ ਹੈ ਜਦੋਂ। ਸੋ ਇਹ 8 ਗੁਣਾਂ ਦੇ ਨਾਲ ਸਾਂਝ ਪਾਉਂਦਾ ਹੈ। ਜਿਹੜੇ 8 ਸਰਬ ਸ੍ਰੇਸ਼ਟ ਗੁਣ ਨੇ ਉਹਨਾਂ ਦੇ ਨਾਲ 60 ਹੁੰਦੀ ਸਾਂਝ। ਜਦੋਂ ਉਹਨਾਂ ਦੇ 8 ਤੇ 8 60 ਗੰਢ ਪਾਉਂਦਾ ਨਾ, ਉਹਨਾਂ ਨੂੰ ਗੰਢ ਲੈਂਦਾ 8 ਗੁਣਾਂ ਨੂੰ, ਮੂਲ ਮੰਤਰ ਵਾਲੇ ਜਿਹੜੇ ਨੇ, ਉਹਨੂੰ 68 ਤੀਰਥਾਂ ਦਾ ਇਸ਼ਨਾਨ ਕਿਹਾ ਜਾਂਦਾ ਹੈ। ਬਾਹਰਲੇ ਜਿਹੜੇ ਸਮੁੰਦਰਾਂ ਦਾ ਇਸ਼ਨਾਨ ਵੀ ਗੱਲ ਕੀਤੀ ਹੋਈ ਹੈ। ਲੋਕ ਸਮੁੰਦਰਾਂ 'ਤੇ ਵੀ ਨਹਾਉਂਦੇ ਨੇ। ਤੀਰਥ ਵੀ 68 ਥੋੜ੍ਹੀ, ਪਤਾ ਨਹੀਂ ਕਿੰਨੇ ਕੁ ਤੀਰਥ ਨੇ, ਅਤੇ ਸਾਰੀ ਜ਼ਿੰਦਗੀ ਨਹਾਉਂਦਿਆਂ ਨਿਕਲ ਜਾਣੀ ਆ। ਆ ਗੁਰਬਾਣੀ ਦੇ ਗਿਆਨ ਦੇ ਨਾਲ ਅੰਦਰੋਂ ਇਸ਼ਨਾਨ ਕਰ। ਸੱਚੇ ਪਾਤਸ਼ਾਹ ਕਹਿੰਦੇ ਪਾਵਨ ਪਵਿੱਤਰ ਹੋ ਜਾਵੇਗਾ। ਕਹਿੰਦੇ ਜਿਸਨੂੰ ਦੇਵੈ ਦਇਆ ਕਰ, ਸੋਈ ਪੁਰਖ ਸੁਜਾਨ। ਸੋ ਜਿਸ 'ਤੇ ਉਹ ਕਿਰਪਾ ਕਰਦਾ, ਜਿਸ ਨੂੰ ਮੱਤ ਦਿੰਦਾ, ਗੁਰਮੁਖੀ ਮੱਤ ਜਿਸ ਨੂੰ ਦਿੰਦਾ, ਜਿਸ ਨੂੰ ਨਾਮ ਦਿੰਦਾ, ਗੁਰਬਾਣੀ ਦਾ ਗਿਆਨ ਦਿੰਦਾ, ਉਹਨੂੰ ਸਿਆਣਾ ਆਖਿਆ। ਕਹਿੰਦੇ ਉਹ ਸਮਝਦਾਰ ਆ। ਜਿਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਸੋ ਜਿਹੜੇ ਸੱਚ ਦੇ ਮਾਰਗ 'ਤੇ ਚੱਲੇ ਅਤੇ ਇਸ ਮਾਰਗ 'ਤੇ ਚਲਦਿਆਂ ਜਿਨ੍ਹਾਂ ਨੂੰ ਪ੍ਰਭੂ ਪਰਮੇਸ਼ਰ ਮਿਲਿਆ, ਜਿਨ੍ਹਾਂ ਦਾ ਮਿਲਾਪ ਹੋ ਗਿਆ, ਮਹਾਰਾਜ ਕਹਿੰਦੇ ਉਹਨਾਂ ਤੋਂ ਬਲਿਹਾਰ ਹਾਂ। ਮਾਗ ਸੁੱਚੇ ਸੇ ਕਾਂਡੀਆ, ਜਿਨ ਪੂਰਾ ਗੁਰ ਮਿਹਰਬਾਨ। ਸੋ ਨਹਾਉਣ ਦੇ ਨਾਲ ਕੋਈ ਸੁੱਚਾ ਨਹੀਂ ਹੁੰਦਾ। ਕਹਿੰਦੇ ਉਹ ਕਾਂਡੀਏ, ਉਹ ਸੱਚਾ ਸੁੱਚਾ ਆ, ਮੰਨਿਆ ਜਾਂਦਾ, ਜਿਹਦੇ 'ਤੇ ਪੂਰਾ ਗੁਰੂ ਮਿਹਰਬਾਨ ਹੋ ਜਾਂਦਾ। ਅਤੇ ਪੂਰਾ ਗੁਰੂ ਕਿਤੇ ਮਿਹਰਬਾਨ ਹੁੰਦਾ, ਜਿਹੜਾ ਭਾਣੇ ਵਿੱਚ ਹੈ, ਹੁਕਮ ਦੇ ਵਿੱਚ ਹੈ, ਅਤੇ ਗੁਰੂ ਦੀ ਗੱਲ ਮੰਨਣੇ ਵਾਲਾ, ਉਹਦੇ 'ਤੇ ਗੁਰੂ ਮਿਹਰਬਾਨ ਹੋਵੇਗਾ। ਉਹਨੂੰ ਮਹਾਰਾਜ ਨੇ ਸੱਚਾ ਸੁੱਚਾ ਕਹਿ ਦਿੱਤਾ। ਗੁਰੂ ਨੇ ਕਿਰਪਾ ਕੀਤੀ ਅਤੇ ਇਹਦੇ ਇਸ ਜਿਹੜੀ ਵਿਚਾਰਧਾਰਾ ਆ, ਮਾਘ ਦੇ ਮਹੀਨੇ ਵਿੱਚ ਮਹਾਰਾਜ ਨੇ ਜੋ ਕਿਰਪਾ ਕੀਤੀ ਹੈ, ਅਤੇ ਮਹਾਰਾਜ ਪਾਤਸ਼ਾਹ ਜੀ ਨੇ ਜਦੋਂ ਮੁਕਤਸਰ ਦਾ ਜਿਹੜਾ ਇਤਿਹਾਸ ਹੈ ਉਹ ਵੀ ਇਹਦੇ ਨਾਲ ਜੁੜਿਆ ਹੋਇਆ ਹੈ। ਉੱਥੇ 40 ਸਿੰਘ ਜਿਹੜੇ 40 ਮੁਕਤੇ ਹੋਏ ਨੇ। ਯੁੱਧ ਭਾਵੇਂ ਗਰਮੀਆਂ ਦੇ ਵਿੱਚ ਹੋਇਆ ਸੀ, ਪਰ ਇਹ ਪੰਥ ਦਾ ਫੈਸਲਾ ਸੀਗਾ ਵੀ ਜਦੋਂ ਇਹਨੂੰ ਮਨਾਉਣਾ ਕਹਿੰਦੇ ਮਾਘੀ 'ਤੇ ਹੈ। ਮਾਘੀ 'ਤੇ ਤਾਂ ਵੀ ਲੋਕ ਜਾਂਦੇ ਸੀ ਤ੍ਰਿਵੇਣੀ ਇਸ਼ਨਾਨ ਕਰਨ, ਕਹਿੰਦੇ ਇੱਥੇ ਮੁਕਤੀ ਮਿਲਦੀ ਹੈ। 68 ਤੀਰਥਾਂ 'ਤੇ ਇਸ਼ਨਾਨ ਕਰਕੇ ਪਵਿੱਤਰ ਹੋ ਜਾਈਦਾ। ਅਤੇ ਮਹਾਰਾਜ ਨੇ ਉਸ ਸਰੋਵਰ ਦਾ ਨਾਂ ਮੁਕਤਸਰ ਰੱਖ ਦਿੱਤਾ। ਮਹਾਰਾਜ ਪੰਥ ਦਾ ਫੈਸਲਾ ਸੀ ਵੀ ਇੱਥੇ ਇਸ਼ਨਾਨ ਕਰੋ ਆਣ ਕੇ, ਇਹ ਮੁਕਤਸਰ ਹੈ। ਸੋ ਇਹਨਾਂ ਦੀ ਸੇਵਾ ਸੀ ਜਿਹੜੇ ਪੰਥ ਦੀ ਖਾਤਰ ਜੂਝੇ ਨੇ, ਜੂਝ ਕੇ ਸ਼ਹੀਦ ਹੋਏ। ਅਤੇ ਦੁਸ਼ਮਣਾਂ ਦੇ ਵਿੱਚ ਕੋਈ 5 ਕਦਮ ਅੱਗੇ ਵਧਿਆ, ਕੋਈ 10 ਕਦਮ ਅੱਗੇ ਵਧਿਆ ਅਤੇ ਸ਼ਹੀਦ ਹੋਇਆ ਜੂਝ ਕੇ। 40 ਸਿੰਘਾਂ ਨੇ 10,000 ਫੌਜ ਦਾ ਮੂੰਹ ਮੋੜ ਦਿੱਤਾ ਸੀਗਾ। ਅਤੇ ਮਹਾਰਾਜ ਨੇ ਫਿਰ ਉਹਨਾਂ ਨੂੰ ਵਾਰ ਵੀ ਲਾਏ, ਇਹ ਮੇਰਾ 5,000 ਹੀ 10,000 ਹੀ, ਜਿੰਨੇ ਕਦਮ ਕੋਈ ਅੱਗੇ ਵੱਧ ਕੇ ਲੜਿਆ ਉਹਨਾਂ ਉਹਨੇ ਮਹਾਰਾਜ ਨੇ ਵਾਰ ਲਾ ਦਿੱਤੇ। ਇਹ 20,000 ਹੀ ਮੇਰਾ, ਕੋਈ 20 ਕਦਮ ਅੱਗੇ ਵੱਧ ਕੇ ਲੜਿਆ। ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਵਾਰ ਲਾ ਕੇ ਭਾਈ ਮਹਾਂ ਸਿੰਘ ਦੇ ਨਾਲ ਜਦੋਂ ਬਚਨ ਹੋਏ, ਉਹਨੂੰ ਕਿਹਾ ਸੀ ਭਾਈ ਮਹਾਂ ਸਿੰਘ ਨੂੰ, ਕਹਿੰਦੇ ਵੀ ਮੰਗ ਤੂੰ ਕੀ ਮੰਗਦਾ। ਉਹਨੇ ਦੇਖਿਆ ਵੀ ਮੇਰਾ ਸਿਰ ਸਤਿਗੁਰੂ ਜੀ ਦੀ ਗੋਦੀ ਦੇ ਵਿੱਚ ਆ,
ਮਹਾਰਾਜ ਦੀ ਤਾਂ ਨਿਗਾਹ ਹੀ ਬੜੀ ਹੁੰਦੀ ਸੱਚੇ ਪਾਤਸ਼ਾਹ ਜੀ ਦੀ। ਕਿੰਨਾ ਕੁ ਪਿਆਰ ਆਇਆ ਹੋਵੇਗਾ। ਹੁਣ ਜੇ ਚਮਕੌਰ ਦੇ ਵਿੱਚ, ਚਮਕੌਰ ਸਾਹਿਬ 'ਚ 2 ਸਾਹਿਬਜ਼ਾਦੇ ਸ਼ਹੀਦ ਹੋਏ, ਦੋਨਾਂ 'ਚੋਂ ਕਿਸੇ ਦਾ ਵੀ ਸਿਰ ਗੋਦੀ 'ਚ ਨਹੀਂ ਲਿਆ ਮਹਾਰਾਜ ਨੇ। ਸੋ ਕਿ ਸਾਹਮਣੇ ਸਾਹਿਬਜ਼ਾਦਿਆਂ ਦੇ ਸਰੀਰ ਵੀ ਪਏ ਸੀਗੇ, ਅਤੇ ਉਹਨਾਂ 'ਤੇ ਕਫਨ ਤੱਕ ਦੇਣ ਦੀ ਵੀ ਗੱਲ ਜੇ ਦਇਆ ਸੋਹਣਾ ਨੇ ਕੀਤੀ, ਤੇ ਮਹਾਰਾਜ ਕਹਿੰਦੇ ਕਿਹੜੇ ਸਾਹਿਬਜ਼ਾਦੇ ਦੀ ਗੱਲ ਕਰਦੇ? ਕਹਿੰਦੇ ਜੇ ਸਾਰਿਆਂ ਵਾਸਤੇ ਕਫਨ ਹੈਗਾ ਤਾਂ ਦਈ, ਜਿਹੜੇ ਬਾਕੀ ਦੇ ਮੇਰੇ ਪੁੱਤਰ ਸ਼ਹੀਦ ਹੋਏ ਨੇ, ਕਹਿੰਦੇ ਬਾਕੀ ਨੇ ਇਕੱਲੇ ਤੇ ਨਾ ਦਈ ਸੱਚੇ ਪਾਤਸ਼ਾਹ ਜੀ ਕਹਿੰਦੇ। ਅਤੇ ਇੱਧਰ ਮਹਾਂ ਸਿੰਘ ਦਾ ਸਿਰ ਗੋਦ ਵਿੱਚ, ਕਿਤੇ ਛੋਟੀ ਜਿਹੀ ਗੱਲ ਥੋੜ੍ਹੀ ਸੀ। ਮਹਾਰਾਜ ਕਹਿੰਦੇ ਦੱਸ ਕੀ ਚਾਹੀਦਾ? ਕਹਿੰਦਾ ਮਹਾਰਾਜ ਇੱਦੋਂ ਪਰੇ ਕੀ ਹੋ ਸਕਦਾ, ਮੇਰਾ ਅੰਤ ਸਮਾਂ, ਮੇਰਾ ਸਿਰ ਤੁਹਾਡੀ ਗੋਦ ਦੇ ਵਿੱਚ ਹੈ, ਮੈਨੂੰ ਕੁਝ ਨਹੀਂ ਚਾਹੀਦਾ। ਜਦੋਂ ਮਹਾਰਾਜ ਨੇ ਫੇਰ ਆਖਿਆ, ਕਹਿੰਦੇ ਨਹੀਂ ਵੀ ਮੰਗ ਜ਼ਰੂਰ। ਕਹਿੰਦਾ ਮਹਾਰਾਜ ਬਸ ਟੁੱਟੀ ਗੰਢ ਲਓ, ਜਿਹੜਾ ਬਦਾਵਾ ਲਿਖਿਆ ਕਹਿੰਦੇ ਉਹ ਪਾੜ ਦਿਓ। ਅਤੇ ਸੱਚੇ ਪਾਤਸ਼ਾਹ ਜੀ ਨੇ ਉਹ ਸੁਖਮਨੀ ਸਾਹਿਬ ਦੇ ਵਚਨ, ਟੂਟੀ ਗੰਢ ਨਿਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ, ਟੁੱਟੀਆਂ ਨੂੰ ਗੰਢਦੇ ਆ, ਪਤਾ ਨਹੀਂ ਕਿੰਨੀਆਂ ਕੁ ਗੰਢਦੇ ਆ, ਔਰ ਹਰੇਕ ਇਨਸਾਨ ਦੀਆਂ ਗੰਢਦੇ ਆ। ਜੇ ਆਪਾਂ ਇਸ ਮਾਰਗ 'ਤੇ ਚੱਲੇ, ਸਾਡੀ ਪਤਾ ਨਹੀਂ ਕਿੰਨੀ ਕਵਰੀ ਗੰਢੀ ਸੱਚੇ ਪਾਤਸ਼ਾਹ ਜੀ ਨੇ। ਉਹ ਸਾਰਿਆਂ ਦੀਆਂ ਟੁੱਟੀਆਂ ਹੀ ਗੰਢਦੇ ਆ ਸੱਚੇ ਪਾਤਸ਼ਾਹ ਜੀ ਮਹਾਰਾਜ। ਉਹ ਟੂਟੀ ਗੰਢ ਨਿਹਾਰ ਗੋਪਾਲ ਹੈ, ਉਹ ਰੱਬ ਇੱਦਾਂ ਦਾ ਹੈ ਵੀ ਉਹ ਟੁੱਟੀਆਂ ਨੂੰ ਗੰਢਣਾ, ਤੋੜਨਾ ਨਹੀਂ, ਟੁੱਟਿਆ ਹੋਇਆਂ ਨੂੰ ਗੰਢਣਾ। ਸੋ ਇਹ ਉਹਦਾ ਕੰਮ ਹੈ ਰੱਬ ਦਾ। ਗੁਰੂ ਕਿਰਪਾ ਕਰੇ ਇਹ ਇਤਿਹਾਸ ਵੀ ਜਿਹੜਾ ਹੈ ਇਹਦੇ ਨਾਲ ਜੁੜਿਆ ਹੋਇਆ। ਅੱਜ ਪੂਰਾ ਦਿਨ ਗੁਰੂ ਘਰ ਦੇ ਵਿੱਚ ਰੌਣਕਾਂ ਰਹਿਣੀਆਂ, ਲੰਗਰ ਚੱਲਣੇ ਨੇ। ਸੋ ਸੰਗਤਾਂ ਨੂੰ ਬੇਨਤੀ ਹੈ ਵੀ ਜ਼ਰੂਰ ਹਾਜ਼ਰੀ ਭਰੋ। ਭਾਈ ਇਹ ਮਹੀਨਾ ਪਵਿੱਤਰ ਮੰਨਿਆ ਜਾਂਦਾ, ਕਿਉਂਕਿ ਗੁਰਮਤਿ ਤਾਂ ਸਾਰੇ ਮਹੀਨਿਆਂ ਨੂੰ ਪਵਿੱਤਰ ਹੀ ਕਹਿੰਦੀ ਆ, ਪਰ ਫਿਰ ਜੇ ਮੰਨਦੇ ਆ ਬੜਾ ਪਵਿੱਤਰ ਆ, ਤਾਂ ਫਿਰ ਗੁਰੂ ਘਰ ਵਿੱਚ ਵੱਧ ਤੋਂ ਵੱਧ ਸਮਾਂ ਬਤੀਤ ਕਰੋ, ਬਾਣੀ ਪੜ੍ਹੋ, ਅਤੇ ਕੋਸ਼ਿਸ਼ ਕਰੋ ਜਿੰਨਾ ਨਾਮ ਜਪ ਹੋਵੇ, ਸੰਗਤ ਹੋਵੇ, ਬਾਣੀ ਪੜ੍ਹ ਹੋਵੇ, ਵੱਧ ਤੋਂ ਵੱਧ। ਸੋ ਸਾਨੂੰ ਇਹ ਜ਼ਰੂਰ ਕਰਨਾ ਚਾਹੀਦਾ, ਗੁਰੂ ਦੀਆਂ ਖੁਸ਼ੀਆਂ ਲੈਣੀਆਂ ਚਾਹੀਦੀਆਂ। ਅਤੇ ਸ਼ਾਮਾਂ ਦੇ ਵਿਸ਼ੇਸ਼ ਦੀਵਾਨ ਨੇ, 3:30 ਵਜੇ ਸੁਖਮਨੀ ਸਾਹਿਬ ਦੇ ਪਾਠ ਸ਼ੁਰੂ ਹੋ ਜਾਣੇ ਆ, ਅਤੇ ਫਿਰ 7 ਵਜੇ ਤਾਈਂ ਇਸੇ ਤਰ੍ਹਾਂ ਹੀ ਸੋ ਕਥਾ ਕੀਰਤਨ ਦੇ ਸਾਰੇ ਪ੍ਰਵਾਹ ਚੱਲਣੇ ਨੇ। ਸੰਗਤਾਂ ਨੇ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਅੰਗੀਕਾਰੂ ਕਰੇ ਤੇਰਾ ਕਰ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ, ਸੋ ਕੇ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ। ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵੰਝ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰ। ਸਾਚ ਨਾਮਦਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋਂ, ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆਂ, ਪੰਚ ਦੋਤ ਦਵਾਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ। ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈਸ ਕਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਿਸੂਰੈ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਪਹਿ ਸਰਸੇ ਪੂਰੇ, ਗੁਰ ਤੇ ਜਾਣੀ। ਸੁਣ ਤੇ ਪਨੀਤ ਕਹਿਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਤੂੰ ਠਾਕੁਰ ਤੁਮ ਪੈਰਦਾਸ, ਜੀਉ ਪਿੰਡ ਸਭ ਤੇਰੀ ਰਾਸ।
पिता हम बारिक तेरे, तुमरी कृपा में सुख कनेरे। कोई न जाने तुमरा अंत, चेते ऊंचा भगवंत। सगल समगरी तुमरे सूत्र तारी, तुम ते होए सो आज्ञाकारी। तुमरी गत मित तुम ही जानी, नानक दास सदा कुर्बानी। तुद आगे अरदास हमारी, जियो पिंड सब तेरा वाहिगुरु। अनक सब तेरी वड्याई, कोई नाम न जाने मेरा वाहिगुरु। वाहिगुरु
ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਵੇ ਚਲਾਇਓ ਪੰਥ, ਗੁਰੂ ਮਾਨਿਓ ਗ੍ਰੰਥ। ਪ੍ਰਗਟ ਗੁਰਾਂ ਕੀ ਦੇ, ਖੋਜ ਸ਼ਬਦ ਮੈਲੇ। ਆਕੀ ਰਹੇ ਨ ਕੋਏ, ਬਚੇ ਸ਼ਰਨ ਜੋ ਹੋਏ। ਚੜੇ ਸੂਤਰੇ ਪਾਰ, ਗੁਰੂ ਪਾਰ ਉਤਾਰਨ ਹਾਰ। ਕਲਗੀ ਸੋਏ ਸੀਸ, ਗੁਰੂ ਕਲਗੀ ਧਰ ਜਗਦੀਸ਼। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਜੀਓ। ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ। ਸੋ ਕਹੁ ਟਲ ਗੁਰ ਸੇਵੀਆ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਿਨਾਮ ਵਾਹਿਗੁਰੂ ਜੀ। ਸੁਹੀ ਮਹੱਲਾ ਪੰਜਵਾ। ਬਹਿਤੀ ਜਾਤ, ਕਦੇ ਦ੍ਰਿਸ਼ਟ ਨਾ ਧਾਰਤ। ਮਿਥਿਆ ਮੋਹ ਬੰਧੈ ਨਿਤ ਪਾਰਚ। ਬਹਿਤੀ ਜਾਤ, ਕਦੇ ਦ੍ਰਿਸ਼ਟ ਨਾ ਧਾਰਤ। ਮਿਥਿਆ ਮੋਹ ਬੰਧੈ ਨਿਤ ਪਾਰਚ। ਮਾਧਵੇ ਭਜ ਦਿਨ ਨਿਤ ਰੈਣੀ। ਜਨਮ ਪਦਾਰਥ ਜੀਤ ਹਰਿ ਸ਼ਰਣੀ ਰਹਾਉ। ਕਰਤ ਵਿਕਾਰ ਦਉ ਕਰ ਝਾਰਤ। ਰਾਮ ਰਤਨ ਰਿਦ ਤਿਲ ਨਹੀਂ ਧਾਰਤ। ਭਰਨ ਭੁਖਣ ਸੰਗ ਆਉਂਦ ਬਿਹਾਣੀ। ਜੈ ਜਗਦੀਸ਼ ਕੀ ਗਤ ਨਹੀਂ ਜਾਣੀ। ਸਰਣ ਸਮਰਾਥੇ ਅਗੋਚਰ ਸੁਆਮੀ। ਉਦਰ ਨਾਨਕ ਪ੍ਰਭ ਅੰਤਰ ਜਾਮੀ। ਸ਼ਰਣ ਸਮਰਾਥੇ ਅਗੋਚਰ ਸੁਆਮੀ। ਉਦਰ ਨਾਨਕ ਪ੍ਰਭ ਅੰਤਰ ਜਾਮੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਂਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ। ਚੁਪੈ ਚੁਪ ਨਾ ਹੋਵੇ, ਜੇ ਲਾਇ ਰਹਾ ਲਿਵਤਾਰ। ਭੁਖਿਆ ਭੁਖ ਨਾ ਉਤਰੀ, ਜੇ ਵੰਨਾ ਪੁਰੀਆਂ ਭਾਰ। ਸਚ ਸਿਆਣਪਾਂ ਲੱਖ ਹੋਏ, ਤਾਂ ਇੱਕ ਨਾ ਚੱਲੈ ਨਾਲ। ਕਿਵ ਸਚਿਆਰਾ ਹੋਈਆਂ, ਕਿਵ ਕੂੜੈ ਟੁੱਟੈ ਭਾਲ। ਹੁਕਮ ਰਜਾਈ ਚਲਣਾ, ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਲੈ ਵਡਿਆਈ। ਹੁਕਮੀ ਉਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈਐ। ਹੁਕਮੈ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਇ। ਨਾਨਕ ਹੁਕਮੈ ਜੇ ਬੁਝੈ, ਤਾਹੂ ਮੈਂ ਕਹਿ ਨ ਕੋਈ। ਗਾਵੇ ਕੋ ਤਾਣ, ਹੋਵੇ ਕਿਸੈ ਤਾਣ। ਗਾਵੇ ਕੋ ਦਾਤ ਜਣੈ ਨੀਸ਼ਾਨ। ਗਾਵੇ ਕੋ ਗੁਣ ਵਡਿਆਈਆਂ ਚਾਰ। ਗਾਵੇ ਕੋ ਵਿਦਿਆ ਵਿਖਮ ਵਿਚਾਰ। ਗਾਵੇ ਕੋ ਸਾਜ ਕਰੀ ਤਨਖੀ। ਗਾਵੇ ਕੋ ਜੀ ਲੈ ਫਿਰਦੇ। ਗਾਵੇ ਕੋ ਜਾਪੈ ਦਿਸੈ ਦੂਰ। ਗਾਵੇ ਕੋ ਵੇਖੈ ਹਾਦਰਾ ਹਦੂਰ। ਕਥਨਾ ਕਥੀ ਨਾ ਆਵੈ ਥੋਟ। ਕਾਥੇ ਕਾਥੇ ਕਥੀ ਕੋਟੀ ਕੋਟ ਕੋਟ। ਦੇਂਦਾ ਦੇ ਲੈਂਦੀ ਥਕ ਪਾਹੀ। ਜੁਗਾ ਜੁਗੰਤਰ ਖਾਹੀ ਖਾਹੀ।
ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੀ ਪਰਵਾਹ। ਸਾਚਾ ਸਾਹਿਬ ਸਾਚ ਨਾਹੀ ਭਾਖਿਆ ਭਉ ਬਾਰ, ਆਖੈ ਮੰਗੈ ਦੇਹ ਦੇਹ ਦਾਤ ਕਰੀ ਦਾਤਾਰ। ਫੇਰ ਕੇ ਅੱਗੇ ਰੱਖੀਆਂ ਜਿਦ ਸੈ ਦਰਬਾਰ, ਮੁਹਾ ਕੇ ਬੋਲਣ ਬੋਲੀਐ ਜਿਸ ਸੁਣ ਤੇਰੇ ਪਿਆਰ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ। ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਈ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਆ ਗੁਣੀ ਨਿਧਾਨ। ਗਾਵੀਆ ਸੁਣੀਐ ਮਨ ਰਖਿਆ ਭਾਉ, ਦੁਖ ਪਰ ਹਰਸੁ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਗੁਰ ਈਸਰ ਗੁਰ ਗੋਰਖ ਬਰਮਾ ਗੁਰ, ਪਾਰਬਤੀ ਮਾਈ। ਜੇ ਹਉ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ। ਗੁਰਾ ਇਕ ਦੇਹ 부ਝਾਈ, ਸਭਨਾ ਜੀਆਂ ਕਾ ਇਕ ਦਾਤਾ। ਸੋ ਮੈਂ ਵਿਸਰ ਨ ਜਾਈ, ਗੁਰਾ ਇਕ ਦੇਹ 부ਝਾਈ। ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਮਾਘ ਮਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ। ਮਾਘ ਮਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨਾ ਮੋਹੀਐ, ਬਿਨ ਸੈ ਲੋਭ ਸੁਆਨ। ਸਚੈ ਮਾਰਗ ਚਲਦਿਆਂ, ਉਸਤਤ ਕਰੇ ਜਹਾਨ। 68 ਤੀਰਥ ਸਗਲ ਪੁੰਨ, ਜੀ ਦਇਆ ਪਰਵਾਨ। ਜਿਸਨੂੰ ਦੇਵੈ ਦਇਆ ਕਰ, ਸੋਈ ਪੁਰਖ ਸੁਜਾਨ। ਜਿਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਮਾਘ ਸੁਚੇ ਸੇ ਕਾਂਢੀਐ, ਜਿਨ ਪੂਰਾ ਗੁਰ ਮਿਹਰਬਾਨ। ਮਾਘ ਸੁਚੇ ਸੇ ਕਾਂਢੀਐ, ਜਿਨ ਪੂਰਾ ਗੁਰ ਮਿਹਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਜੀ। ਵਾਹਿਗੁਰੂ ਗੁਰੂ ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।